मेरे ख्याल च ये इलैक्शन नरेंद्र मोदी वर्सेस ममता बनर्जी सी। जिस प्राइम मिनिस्टर ਦੇ ਬਾਰੇ ਇਹ ਪਰਸੈਪਸ਼ਨ ਸੀ ਕਿ ਇਹਨੂੰ ਕੋਈ ਹਰਾ ਨਹੀਂ ਸਕਦਾ, ਉਹਨੂੰ ਮਮਤਾ ਬੈਨਰਜੀ ਨੇ ਹਰਾਤਾ। ਹਿੰਦੁਸਤਾਨ ਦੇ ਵਿੱਚ ਕਦੇ ਵੀ ਕਿਸੇ ਪ੍ਰਾਈਮ ਮਿਨਿਸਟਰ ਨੇ ਆਪ ਅੱਗੇ ਲੱਗ ਕੇ ਔਰ ਇਸ ਲੈਵਲ ਤੇ ਜਾ ਕੇ ਕਦੇ ਕਿਸੇ ਸੂਬੇ ਦੀ ਚੋਣ ਨਹੀਂ ਲੜੀ। ਇਹ ਪਹਿਲੀ ਵਾਰ ਹੈ ਕਿ ਇੱਕ ਪੀਐਮ ਇਸ ਲੈਵਲ ਤੇ ਜਾ ਕੇ ਇੱਕ ਸੂਬੇ ਦੇ ਮੁੱਖ ਮੰਤਰੀ ਨਾਲ ਇਲੈਕਸ਼ਨ ਦੇ ਵਿੱਚ ਭਿੜਿਆ ਤੇ ਹਾਰਿਆ। ਇੱਕ ਲੀਡਰ ਦੀ ਲੋੜ ਹੈ ਜਿਹੜਾ ਸਾਰੀ ਆਪੋਜੀਸ਼ਨ ਨੂੰ ਇਕੱਠਾ ਕਰ ਸਕਦਾ ਹੋਵੇ। ਸੋ ਮੇਰੇ ਖਿਆਲ ਦੇ ਵਿੱਚ ਜੇ ਮਮਤਾ ਜੀ ਉਸ ਰੋਲ ਦੇ ਵਿੱਚ ਆ ਜਾਣ ਤੇ ਪੋਸੀਬਲੀ ਜਿਹੜੀ ਹਿੰਦੁਸਤਾਨ ਦੀ ਸਿਆਸਤ ਹੈ ਉਹਨੂੰ ਇੱਕ ਨਵੀਂ ਡਾਇਰੈਕਸ਼ਨ ਮਿਲ ਸਕਦੀ ਹੈ। ਬੰਗਾਲ ਨੇ ਸਿਖਾਤਾ ਕਿ ਇਲੈਕਸ਼ਨ ਕਿਵੇਂ ਜਿੱਤੀ ਜਾ ਸਕਦੀ ਹੈ। ਜਿੰਨਾ ਜ਼ੋਰ ਬੀਜੇਪੀ ਨੇ ਹਰ ਲੈਵਲ ਤੇ ਬੰਗਾਲ ਦੇ ਵਿੱਚ ਲਾਇਆ ਔਰ ਜਿਸ ਲੈਵਲ ਤੇ ਜਾ ਕੇ ਮੋਦੀ ਜੀ ਨੇ ਇਲੈਕਸ਼ਨ ਲੜੀ, ਇਹ ਮੇਰੇ ਖਿਆਲ 2024 ਦੀ ਇਲੈਕਸ਼ਨ ਇਸ ਲੈਵਲ ਤੇ ਲੜੀ ਜਾਣੀ। ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੱਛਮੀ ਬੰਗਾਲ ਦੀ ਚਿਰੋਕੀ ਉਡੀਕ ਜਿਹੜੀ ਸੀਗੀ ਚੋਣ ਨਤੀਜਿਆਂ ਦੀ, ਉਹ ਪੂਰੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਲੋਕਾਂ ਦੀ ਬਹੁਮਤ ਦੇ ਮੁਤਾਬਕ ਜਿਹੜਾ ਹੈਗਾ ਮਮਤਾ ਬੈਨਰਜੀ ਵਾਲੀ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਦੁਬਾਰਾ ਫਿਰ ਸੱਤਾ 'ਚ ਆ ਗਈ ਹੈ ਤੇ ਹੈਟ੍ਰਿਕ ਦੀਦੀ ਨੇ ਹੈਟ੍ਰਿਕ ਮਾਰੀ ਹੈ। ਮਮਤਾ ਬੈਨਰਜੀ, ਜੋ ਕਿ ਦੀਦੀ ਵਜੋਂ ਸਤਿਕਾਰ ਵਜੋਂ ਉਹਨਾਂ ਨੂੰ ਜਾਣਿਆ ਜਾਂਦਾ ਹੈ, ਉਹ ਤੀਜੀ ਵਾਰ ਮੁੱਖ ਮੰਤਰੀ ਦਾ ਹਲਫ ਲੈ ਚੁੱਕੇ ਨੇ ਤੇ ਬਾਕੀ ਕੈਬਨਿਟ ਉਹਨਾਂ ਨੇ ਬਣਾਉਣੀ ਹੈ। ਪਰ ਇਸ ਦੌਰਾਨ ਜੋ ਚੋਣ ਨਤੀਜੇ ਆਉਂਦੇ ਸਾਰ ਪੱਛਮੀ ਬੰਗਾਲ 'ਚ ਹਿੰਸਾ ਸ਼ੁਰੂ ਹੋਈ ਹੈ ਤਾਂ ਕੇਂਦਰ ਸਰਕਾਰ ਨੇ ਹੁਣੇ ਜੋ ਤਾਜ਼ਾ ਅਪਡੇਟ ਹੈ, ਬਾਕੀ ਆਪਾਂ ਹਾਲੇ ਗੁਫ਼ਤਗੂ ਕਰਨੀ ਹੈ ਇਸ ਮੁੱਦੇ ਦੇ ਉੱਤੇ ਕਿ ਕੀ ਪੱਛਮੀ ਬੰਗਾਲ ਦੀ ਜੋ ਰਿਜ਼ਲਟ ਨੇ, ਨਤੀਜੇ ਨੇ, ਇਹ ਦੇਸ਼ ਦੀ ਰਾਜਨੀਤੀ ਦੇ ਵਿੱਚ ਕੀ ਅਸਰ ਪਾਉਣਗੇ, ਉਹਨਾਂ ਦੇ ਉੱਤੇ ਕੀ ਅਸਰ ਪਏਗਾ, ਇਹ ਆਪਾਂ ਗੁਫ਼ਤਗੂ ਕਰਨੀ ਹੈ। ਬੜੇ ਹੀ ਨਾਮਵਰ ਜਰਨਲਿਸਟ ਜਿਹੜੇ ਨੇ, ਵੈਟਰਨ ਜਰਨਲਿਸਟ ਸਰ ਜਗਤਾਰ ਸਿੰਘ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਪਹਿਲਾਂ ਕੁਝ ਅੰਕੜੇ ਸਾਂਝੇ ਕਰਦਾ ਜੀ ਕਿ ਹੁਣ ਇੱਕ ਲੀਡਰਸ਼ਿਪ ਸੈਕਟਰੀ ਦੀ ਅਗਵਾਈ 'ਚ 4 ਮੈਂਬਰੀ ਟੀਮ ਜਿਹੜੀ ਆ ਪੱਛਮੀ ਬੰਗਾਲ ਘੱਲ ਦਿੱਤੀ ਹੈ ਕੇਂਦਰ ਸਰਕਾਰ ਨੇ, ਉੱਥੇ ਜੋ ਹਿੰਸਾ ਹੋਈ ਹੈ ਉਹਦਾ ਜਾਇਜ਼ਾ ਲੈਣ ਵਾਸਤੇ। ਇਸੇ ਤਰ੍ਹਾਂ ADR ਜਿਹੜੀ ਇੱਕ ਸੰਸਥਾ ਹੈ ਜਿਹੜੀ ਡੈਮੋਕ੍ਰੈਟਿਕ ਰਿਫਾਰਮਸ ਵਾਸਤੇ ਕੰਮ ਕਰਦੀ ਹੈ, ਉਹਨੇ ਜੋ ਹਲਫਨਾਮੇ ਪੱਛਮੀ ਬੰਗਾਲ 'ਚ ਉਮੀਦਵਾਰਾਂ ਨੇ ਦਿੱਤੇ ਸੀਗੇ ਚੋਣ ਕਮਿਸ਼ਨ ਨੂੰ, ਉਹਨਾਂ ਦੇ ਆਧਾਰ ਦੇ ਉੱਤੇ ਅੰਕੜੇ ਜਾਰੀ ਕੀਤੇ ਨੇ ਕਿ 292 ਵਿਧਾਇਕ ਜਿਹੜੇ ਪੱਛਮੀ ਬੰਗਾਲ 'ਚ ਚੁਣੇ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਤ੍ਰਿਣਮੂਲ ਕਾਂਗਰਸ ਦੇ ਤੇ ਹੋਰ ਜੋ ਵੀ ਚੁਣੇ ਗਏ ਨੇ, ਉਹਨਾਂ ਚੋਂ 158 ਜਣੇ ਕਰੋੜਪਤੀ ਨੇ ਤੇ 142 ਜਣਿਆਂ ਦੇ ਖਿਲਾਫ ਕ੍ਰਿਮੀਨਲ ਕੇਸ ਰਜਿਸਟਰ ਨੇ, ਜਿਨ੍ਹਾਂ ਚੋਂ 113 ਤਾਂ ਐਸੇ ਨੇ ਜਿਨ੍ਹਾਂ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਜਾਂ ਔਰਤਾਂ ਤੇ ਤਸ਼ੱਦਦ ਜਿਹੇ ਗੰਭੀਰ ਮਾਮਲੇ ਦਰਜ ਨੇ। ਸੋ ਇਹ ਅਪਡੇਟ ਸੀ, ਜੋ ਅੰਕੜੇ ਸੀ, ਜੋ ਤਾਜ਼ਾ ਅੰਕੜੇ ਨੇ ਜੋ ਅਪਡੇਟ ਕਰਦੇ ਨੇ ਚੋਣ ਨਤੀਜੇ ਜੋ ਕਿ 2 ਤਰੀਕ ਨੂੰ ਆਏ ਨੇ ਤੇ ਉਹਨਾਂ ਨੂੰ ਹੁਣ ਜੋ ਉਹਨਾਂ 'ਚ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਉਸ ਪ੍ਰਸੰਗ ਦੇ ਵਿੱਚ ਸਾਂਝੇ ਕਰਨੇ ਅਸੀਂ ਜ਼ਰੂਰੀ ਸਮਝੇ ਨੇ। ਆਪਾਂ ਰੁਖ ਕਰਦੇ ਹਾਂ ਸਰ ਜਗਤਾਰ ਸਿੰਘ ਉਹਨਾਂ ਦਾ, ਜੋ ਕਿ ਸਕਾਈਪ ਦੇ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ। ਕਰੋਨਾ ਮਹਾਮਾਰੀ ਦੀਆਂ ਜੋ ਬੰਦਸ਼ਾਂ ਨੇ ਜਾਂ ਜੋ ਉਹਨਾਂ ਦੀ ਹਦਾਇਤਾਂ ਨੇ, ਉਹਨਾਂ ਦੀ ਆਪਾਂ ਪਰਵਾਹ ਕਰਦੇ ਹੋਏ, ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਪੂਰਾ ਇਹਤਿਆਤ ਵਰਤ ਕੇ ਇਹ ਗੱਲਬਾਤ ਕਰ ਰਹੇ ਹਾਂ ਜੀ। ਪਹਿਲੀ ਟਿੱਪਣੀ ਸਰ ਜਗਤਾਰ ਸਿੰਘ ਜੀ, ਕੀ ਦੇਣਾ ਚਾਹੋਗੇ ਪੱਛਮੀ ਬੰਗਾਲ 'ਚ ਜੋ ਤੀਜੀ ਵਾਰੀ ਮੁੱਖ ਮੰਤਰੀ ਮਮਤਾ ਬੈਨਰਜੀ ਬਣੇ ਨੇ? ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਕਿਸੇ ਸੂਬੇ ਦੀ ਪਹਿਲੀ ਇਲੈਕਸ਼ਨ ਹੈ ਜਿਹੜੀ ਬੀਜੇਪੀ ਨੇ ਨਹੀਂ ਲੜੀ ਆਪਣੇ ਆਪ ਦੇ ਵਿੱਚ, ਜਦ ਕਿ ਚੈਲੰਜ ਬੀਜੇਪੀ ਵੱਲੋਂ ਸੀ ਜੀ। ਇਹ ਬੀਜੇਪੀ ਵਰਸਸ TMC ਜੇ ਆਪਾਂ ਲਿਆ ਜਾਵੇ, ਤ੍ਰਿਣਮੂਲ ਕਾਂਗਰਸ। ਮੇਰੇ ਖਿਆਲ 'ਚ ਇਹ ਇਲੈਕਸ਼ਨ ਨਰਿੰਦਰ ਮੋਦੀ ਵਰਸਸ ਮਮਤਾ ਬੈਨਰਜੀ ਸੀ ਜੀ। ਸੋ ਇਸ ਕਰਕੇ ਇਹ ਇਲੈਕਸ਼ਨ ਹੁਣ ਤੱਕ ਦੀਆਂ ਹੋਈਆਂ ਜਿੰਨੀਆਂ ਚੋਣਾਂ ਹੈ ਉਹਨਾਂ ਸਾਰਿਆਂ ਤੋਂ ਵੱਖਰੀ ਜੀ। ਹਿੰਦੁਸਤਾਨ ਦੇ ਵਿੱਚ ਕਦੇ ਵੀ ਕਿਸੇ ਪ੍ਰਾਈਮ ਮਿਨਿਸਟਰ ਨੇ ਆਪ ਅੱਗੇ ਲੱਗ ਕੇ ਔਰ ਇਸ ਲੈਵਲ ਤੇ ਜਾ ਕੇ ਕਦੇ ਕਿਸੇ ਸੂਬੇ ਦੀ ਚੋਣ ਨਹੀਂ ਲੜੀ। ਨੈਸ਼ਨਲ ਲੈਵਲ ਦੀ ਚੋਣ, ਲੋਕ ਸਭਾ ਦੀ ਚੋਣ, ਉਹ ਠੀਕ ਹੈ, ਉਹ PM ਨਹੀਂ ਲੜਦੀ ਹੁੰਦੀ ਹੈ, ਲੇਕਿਨ ਇਹ ਪਹਿਲੀ ਵਾਰ ਹੈ ਕਿ ਇੱਕ PM ਇਸ ਲੈਵਲ ਤੇ ਜਾ ਕੇ ਇੱਕ ਸੂਬੇ ਦੇ ਮੁੱਖ ਮੰਤਰੀ ਨਾਲ ਇਲੈਕਸ਼ਨ ਦੇ ਵਿੱਚ ਭਿੜਿਆ ਤੇ ਹਾਰਿਆ। ਵੱਡੀ ਗੱਲ ਇਹ ਵੀ ਹੈ ਹਾਰਿਆ ਵੀ ਹੈ। ਜਿਸ ਪ੍ਰਾਈਮ ਮਿਨਿਸਟਰ ਦੇ ਬਾਰੇ ਇਹ ਪਰਸੈਪਸ਼ਨ ਸੀ ਕਿ ਇਹਨੂੰ ਕੋਈ ਹਰਾ ਨਹੀਂ ਸਕਦਾ, ਉਹਨੂੰ ਮਮਤਾ ਬੈਨਰਜੀ ਨੇ ਹਰਾਤਾ। ਸੋ ਮੈਂ ਇਹਨੂੰ ਇਸ ਢੰਗ ਨਾਲ ਇਲੈਕਸ਼ਨ ਨੂੰ ਦੇਖਦਾ। ਨਰਿੰਦਰ ਮੋਦੀ ਦੀ ਇਹ ਪਹਿਲੀ ਪਰਸਨਲ ਹਾਰ ਹੈ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ। ਸੋ ਮੈਂ ਇਹਨੂੰ ਸਿਰਫ ਮਮਤਾ ਬੈਨਰਜੀ ਦੀ ਜਿੱਤ ਨਹੀਂ ਮੰਨਦਾ,
ਜਾਂ ਭਾਜਪਾ ਦੀ ਹਾਰ ਨਹੀਂ ਮੰਨਦਾ, ਮੈਂ ਇਹਨੂੰ ਮੇਨਲੀ ਇਸ ਇਲੈਕਸ਼ਨ ਨੂੰ ਨਰਿੰਦਰ ਮੋਦੀ ਸਾਹਿਬ ਹੋਰਾਂ ਦੀ ਹਾਰ ਮੰਨ ਕੇ ਦੇਖਦਾ। ਸੋ ਜਦੋਂ ਇਸ ਐਂਗਲ ਤੋਂ ਦੇਖੋ ਤਾਂ ਇਸ ਇਲੈਕਸ਼ਨ ਦੇ ਸਾਰੇ ਮਾਇਨੇ ਹੀ ਬਦਲ ਜਾਂਦੇ ਆ ਜੀ ਤੇ ਜੀ ਜਦੋਂ ਇਮੇਜ ਬਣ ਜਾਏ ਕਿ ਕਿਸੇ ਮਹਾਨ ਨੇਤਾ ਨੂੰ, ਐਡੇ ਵੱਡੇ ਨੇਤਾ ਨੂੰ ਹਰਾਇਆ ਜਾ ਸਕਦਾ ਹੈ, ਤੇ ਉਹਦਾ ਫਿਰ ਕਈ ਵਾਰੀ ਚੇਨ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ। ਭਾਵੇਂ 2024 ਦੀ ਇਮੇਜ ਇਲੈਕਸ਼ਨ ਦੂਰ ਹੈ ਹਜੇ, ਲੇਕਿਨ ਜਦੋਂ ਇੱਕ ਵਾਰੀ ਇਮੇਜ ਡੈਮੇਜ ਹੋ ਜਾਏ ਤੇ ਕਈ ਵਾਰੀ ਉਹ ਡੈਮੇਜ ਰੁਕਦਾ ਨਹੀਂ ਹੁੰਦਾ। ਔਰ ਕੋਵਿਡ ਨੇ ਇਸ ਵੇਲੇ ਉਹਦੇ 'ਚ ਹੋਰ ਐਡੀਸ਼ਨ ਕਰ ਦਿੱਤੀ ਹੈ। ਸੋ ਇਨ ਬਰੀਫ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ। ਤੁਸੀਂ ਤੁਲਨਾ ਕੀਤੀ ਹੈ ਕਿ ਇਹ ਜਾਂ ਇਹਨੂੰ ਤੁਸੀਂ ਐਡਰੈਸ ਕੀਤਾ ਹੈ ਇਸ ਜੋ ਫਾਈਟ ਨੂੰ ਕਿ ਇਹ ਨਰਿੰਦਰ ਮੋਦੀ ਵਰਸਸ ਮਮਤਾ ਬੈਨਰਜੀ ਫਾਈਟ ਨਿਬੜੀ ਹੈ। ਅੱਜ ਤੋਂ ਪੂਰੇ 2 ਸਾਲ ਪਹਿਲਾਂ ਮਈ 2019 ਦੇ ਵਿੱਚ ਇੱਕ ਤਰ੍ਹਾਂ ਨਾਲ ਨਰਿੰਦਰ ਮੋਦੀ ਵਰਸਸ ਰਾਹੁਲ ਗਾਂਧੀ ਫਾਈਟ ਹੋਈ ਸੀ, ਆਮ ਚੋਣਾਂ ਜਿਹੜੀਆਂ ਲੋਕ ਸਭਾ ਦੀਆਂ ਹੋਈਆਂ ਸਨ। ਤੁਸੀਂ ਉਹ ਕੰਬੀਨੇਸ਼ਨ ਸੀ ਜਿਹੜਾ, ਜਾਂ ਉਹ ਫਾਈਟ ਸੀ ਜਿਹੜੀ ਰਾਹੁਲ ਵਰਸਸ ਮੋਦੀ, ਮੋਦੀ ਵਰਸਸ ਰਾਹੁਲ ਤੇ ਮੋਦੀ ਵਰਸਸ ਮਮਤਾ, ਇਹਨੂੰ ਤੁਸੀਂ ਕਿਸ ਨੂੰ ਕਿਹੜੇ ਪੇਅਰ ਨੂੰ ਕਹਿ ਲਓ ਜਾਂ ਕਿਹੜੇ ਫਾਈਟ ਨੂੰ ਤੁਸੀਂ ਜ਼ਿਆਦਾ ਸਿਗਨੀਫੀਕੈਂਟ ਸਮਝਦੇ ਹੋ, ਭਾਰਤੀ ਰਾਜਨੀਤੀ ਦੇ ਵਿੱਚ ਜ਼ਿਆਦਾ ਵੁਕਤ ਰੱਖਦਾ ਹੈ? ਮੈਂ ਬੰਗਾਲ ਦੀ ਇਲੈਕਸ਼ਨ ਨੂੰ ਇੰਪੋਰਟੈਂਸ ਜ਼ਿਆਦਾ ਦਿੰਦਾ ਹੈ, ਨਾ ਕਿ ਨਰਿੰਦਰ ਮੋਦੀ ਵਰਸਸ ਰਾਹੁਲ ਗਾਂਧੀ। ਕਿ ਮੇਰੇ ਖਿਆਲ ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਿਚੁਏਸ਼ਨ ਬਿਲਕੁਲ ਡਿਫਰੈਂਟ ਸੀ। ਨੰਬਰ 2, ਰਾਹੁਲ ਗਾਂਧੀ ਕਿਸੇ ਲੈਵਲ ਤੇ ਵੀ ਨਰਿੰਦਰ ਮੋਦੀ ਦਾ ਮੁਕਾਬਲਾ ਨਹੀਂ ਸੀ ਕਰ ਸਕੇ, ਤੇ ਨਾ ਹੀ ਉਹਨਾਂ ਦੀ ਕਪੈਸਿਟੀ ਹੈ, ਤੇ ਨਾ ਹੀ ਅੱਜ ਵੀ ਉਹਨਾਂ ਦੀ ਕਪੈਸਿਟੀ ਹੈ। ਮੈਂ ਨਾਲ ਇਹ ਵੀ ਐਡ ਕਰ ਦੂੰਗਾ। ਜਦੋਂ ਉਹਨਾਂ ਦੋਵਾਂ ਲੀਡਰਾਂ ਨੂੰ ਕੰਪੇਅਰ ਕੀਤਾ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਨਰਿੰਦਰ ਮੋਦੀ ਇਲੈਕਸ਼ਨ ਫਾਈਟਰ ਉਹ ਹਜੇ ਵੀ ਤਕੜੇ ਆ ਬਹੁਤ। ਸੋ ਜੇ ਆਪਾਂ ਕਹੀਏ ਵੀ ਬੰਗਾਲ ਦੀ ਸੈਟਬੈਕ ਤੋਂ ਬਾਅਦ ਵੀ ਰਾਹੁਲ ਗਾਂਧੀ ਮੁਕਾਬਲਾ ਕਰ ਸਕਦੇ ਨਰਿੰਦਰ ਮੋਦੀ ਦਾ, ਮੇਰੇ ਖਿਆਲ ਦੇ ਵਿੱਚ ਨਹੀਂ ਕਰ ਸਕਦੇ ਹਜੇ ਵੀ। ਸੋ ਇਹਨਾਂ ਦਾ ਕੱਦ ਉਸ ਲੈਵਲ ਤੇ ਨਹੀਂ ਬਣਿਆ। ਇਸ ਕਰਕੇ ਮਮਤਾ ਬੈਨਰਜੀ ਦੇਖੋ, ਉਹ ਨੈਸ਼ਨਲ ਲੈਵਲ ਦੀ ਲੀਡਰ ਨਹੀਂ ਸੀ ਗਿਣੇ ਜਾਂਦੇ ਹੁਣ ਤੱਕ, ਉਹ ਸਟੇਟ ਲੈਵਲ ਦੇ ਲੀਡਰ ਸੀ। 10 ਸਾਲ ਉਹਨਾਂ ਨੇ ਸਰਕਾਰ ਚਲਾਈ ਬੰਗਾਲ ਦੀ, ਜਿਹੜੀ ਇੱਕ ਸੈਂਸਿਟਿਵ ਸਟੇਟ ਹੈ। ਇੱਕ ਸਟੇਟ ਲੀਡਰ ਪ੍ਰਾਈਮ ਮਿਨਿਸਟਰ ਨੂੰ ਹਰਾਵੇ, ਇਹਦੀ ਸਿਗਨੀਫਿਕੈਂਸ ਹੀ ਨੀਲ ਦੀ ਬਿਲਕੁਲ ਵੱਖਰੀ ਹੈ ਜੀ। ਜੇ ਰਾਹੁਲ ਗਾਂਧੀ ਉਦੋਂ ਜਿੱਤੇ ਹੁੰਦੇ ਫਿਰ ਤਾਂ ਇਹ ਸਿਚੁਏਸ਼ਨ ਆਉਣੀ ਨਹੀਂ ਸੀਗੀ। ਸੋ ਰਾਹੁਲ ਗਾਂਧੀ ਨੇ ਕੰਪੇਨ ਵੀ ਬੰਗਾਲ ਦੇ ਵਿੱਚ ਨਹੀਂ ਕੀਤੀ। ਤੁਸੀਂ ਹੁਣ ਦੇਖੋ, ਸਾਰਾ ਉਹ ਵਿਡਰਾ ਕਰ ਗਏ ਸੀਗੇ। ਤੇ ਕਾਂਗਰਸ ਤਾਂ ਵੈਸੇ ਵੀ ਕੋਮਾ ਦੇ ਵਿੱਚ ਹੈ। ਆਪਾਂ ਇਲੈਕਸ਼ਨ ਪਿਛਲੀ ਕਾਂਗਰਸ ਦੀ ਕੰਪੇਅਰ ਕਰ ਰਹੇ ਹਾਂ, ਉਦੋਂ ਕਾਂਗਰਸ ਅਜੇ ਕੋਮਾ ਵਿੱਚ ਨਹੀਂ ਸੀਗੀ, ਜਾ ਰਹੀ ਸੀਗੀ। ਉਹ ਸਟੇਜ ਵੱਖਰੀ ਸੀਗੀ, ਹੁਣ ਦੀ ਵੱਖਰੀ ਹੈ। ਤੇ ਇਸ ਕਰਕੇ ਮੈਂ ਜਿਹੜੀ ਬੰਗਾਲ ਦੀ ਇਲੈਕਸ਼ਨ ਹੈ, ਮੈਂ ਇਹਨੂੰ ਕੁਆਲੀਟੇਟਿਵਲੀ ਬਿਲਕੁਲ ਵੱਖਰੇ ਢੰਗ ਨਾਲ ਪਿਛਲੀ ਲੋਕ ਸਭਾ ਇਲੈਕਸ਼ਨ ਤੋਂ ਦੇਖਦਾ ਹੈ, ਕਿਉਂਕਿ ਇਹ ਮੁਕਾਬਲਾ ਰਾਹੁਲ ਗਾਂਧੀ ਦਾ ਤੇ ਨਰਿੰਦਰ ਮੋਦੀ ਜੀ ਦਾ ਇੰਨਾ ਦਿਲਚਸਪ ਨਹੀਂ ਸੀ ਜਿੰਨਾ ਨਰਿੰਦਰ ਮੋਦੀ ਵਰਸਸ ਮਮਤਾ ਬੈਨਰਜੀ ਸੀ। ਕਿਉਂਕਿ ਇਹਦੇ ਵਿੱਚ ਮੋਦੀ ਜੀ ਬਹੁਤ ਹੀ ਥੱਲੇ ਚਲੇ ਗਏ। ਲੋਕ ਸਭਾ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇਸ ਲੈਵਲ ਤੱਕ ਨਹੀਂ ਸੀ ਲਿਆਂਦਾ। ਇਸ ਕਰਕੇ ਇਹ ਫਰਕ ਹੈ। ਇਹਦੇ 'ਚ ਮੋਦੀ ਜੀ ਦਾ ਕੱਦ ਥੱਲੇ ਆਇਆ ਤੇ ਮਮਤਾ ਬੈਨਰਜੀ ਨੈਸ਼ਨਲ ਲੈਵਲ ਤੇ ਇੱਕ ਵੱਡੇ ਲੀਡਰ ਦੀ ਤਰ੍ਹਾਂ ਉੱਭਰੀ ਹੈ। ਤੇ ਮੇਰੇ ਖਿਆਲ ਜੀ ਪਲੀਜ਼, ਇਸ ਵੇਲੇ ਮੈਨੂੰ ਲੱਗਦਾ ਕਿ ਉਹਨਾਂ ਦਾ ਕੱਦ ਰਾਹੁਲ ਗਾਂਧੀ ਤੋਂ ਵੱਡਾ ਹੈ, ਮਮਤਾ ਬੈਨਰਜੀ ਦਾ। ਜੀ ਤੁਸੀਂ ਕਿਹਾ ਕਿ ਮਮਤਾ ਬੈਨਰਜੀ ਵਰਸਸ ਮੋਦੀ ਜਾਂ ਮੋਦੀ ਵਰਸਸ ਦੀਦੀ ਜਿਹੜਾ ਪੇਅਰ ਹੈ ਜਾਂ ਜਿਹੜਾ ਕੰਬੀਨੇਸ਼ਨ ਹੈ, ਇਹ ਜ਼ਿਆਦਾ ਵੁਕਤ ਰੱਖਦਾ ਹੈ, ਜ਼ਿਆਦਾ ਜਿਹੜਾ ਹੈਗਾ ਸਿਗਨੀਫਿਕੈਂਸ ਰੱਖਦਾ ਹੈਗਾ ਨੈਸ਼ਨਲ ਸਿਨੈਰੀਓ, ਜਿਹੜਾ ਪੋਲੀਟੀਕਲ ਨੈਸ਼ਨਲ ਸਿਨੈਰੀਓ ਹੈ ਕੰਟਰੀ ਦਾ। ਤਾਂ ਕੀ ਲੱਗਦਾ ਕਿ ਮਹਿਜ 3 ਸਾਲ ਰਹਿ ਗਏ ਨੇ? ਅੱਜ ਕੱਲ੍ਹ ਦੇ ਦਿਨਾਂ 'ਚ ਆਪਾਂ 3 ਸਾਲ ਬਾਅਦ ਦੇਸ਼ ਦੀਆਂ ਆਮ ਚੋਣਾਂ 'ਚੋਂ ਲੰਘ ਰਹੇ ਹੋਵਾਂਗੇ, ਤੇ ਕੀ ਲੱਗਦਾ ਹੈ ਕਿ ਉਦੋਂ ਇਹ ਹੋਰ ਮੈਚਿਓਰ ਹੋਏਗਾ ਤੇ ਇੱਕ ਵੱਡੀ ਫਾਈਟ ਜਾਂ ਇੱਕ ਹੈਲਦੀ ਜਾਂ ਇੱਕ ਟੱਕਰ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ 2024 'ਚ ਲੋਕਾਂ ਨੂੰ, ਜੇਕਰ ਖੇਤਰੀ ਪਾਰਟੀਆਂ ਮਮਤਾ ਬੈਨਰਜੀ ਦੇ ਵਿੱਚ ਵਿਸ਼ਵਾਸ ਬਰਕਰਾਰ ਰੱਖਦੀਆਂ ਨੇ? ਮੈਂ ਹਜੇ ਇੰਨਾ ਆਸਵੰਦ ਨਹੀਂ ਨੈਸ਼ਨਲ ਲੈਵਲ ਦੇ ਸੀਨ ਦਾ
ਕਿ ਉਹਦੇ ਵਿੱਚ ਬੜੀਆਂ ਫੋਰਸਿਸ ਐਕਟੀਵੇਟ ਹੋ ਜਾਂਦੀਆਂ। ਪਹਿਲਾਂ ਤਾਂ ਇਹ ਦੇਖਣਾ ਹੈ ਕਿ ਕਾਂਗਰਸ ਰਿਵਾਈਵ ਹੁੰਦੀ ਹੈ ਕਿ ਨਹੀਂ, ਜੋ ਮੁਸ਼ਕਲ ਲੱਗਦਾ ਹੈ। ਜਿਹੜਾ ਹੁਣ ਤੱਕ ਕੋਈ ਇਹ ਇੰਡੀਕੇਸ਼ਨ ਹੀ ਨਹੀਂ ਆ ਰਹੀ। ਮੈਂ ਤੁਹਾਨੂੰ ਛੋਟੇ ਜਿਹੇ ਐਗਜ਼ਾਮਪਲ ਦਿੰਦਾ। ਜੀ ਕੱਲ ਖਬਰ ਛਪੀ, ਖਬਰ ਕੋਈ ਬਹੁਤ ਇੰਪੋਰਟੈਂਟ ਨਹੀਂ ਆਪਣੇ ਆਪ ਦੇ ਵਿੱਚ, ਕਿ ਹਰਿਆਣਾ ਬੀਜੇਪੀ ਨੇ ਆਪਣੀ ਸਟੇਟ ਯੂਨਿਟ ਨੂੰ ਰੀਆਰਗੇਨਾਈਜ਼ ਕਰਤਾ। ਯੈਸ ਦੇਖਣ ਨੂੰ ਖਬਰ ਇਨਸਿਗਨੀਫੀਕੈਂਟ ਲੱਗਦੀ ਹੈ, ਲੇਕਿਨ ਜੀ। ਮੈਂ ਇਹਦੀ ਸਿਗਨੀਫੀਕੈਂਸ ਬਿਲਕੁਲ ਹੀ ਇੱਕ ਹੋਰ ਲੈਵਲ ਤੇ ਦੇਖ ਰਿਹਾ। ਪੰਜਾਬ ਵਿੱਚ 1 ਸਾਲ ਹੋ ਗਿਆ ਪੰਜਾਬ ਕਾਂਗਰਸ ਦੀ ਸਟੇਟ ਯੂਨਿਟ ਨੂੰ ਡਿਜ਼ਾਲਵ ਕੀਤਾ ਹੋਇਆ। ਰੀਆਰਗੇਨਾਈਜ਼ ਕਰਨੀ ਸੀ। ਜਿਹੜੀ ਪਾਰਟੀ Yes. ਆਪਣੀ ਸਟੇਟ ਯੂਨਿਟ ਨੂੰ 1 ਸਾਲ ਵਿੱਚ ਰੀਆਰਗੇਨਾਈਜ਼ ਵੀ ਨਹੀਂ ਕਰ ਸਕੀ, ਜਦਕਿ ਇਲੈਕਸ਼ਨਾਂ 'ਚ ਕੁਝ ਮਹੀਨੇ ਰਹਿ ਗਏ, ਜਦ ਕਿ ਸਰਕਾਰ ਵੀ ਸਭ ਤੋਂ ਮਜ਼ਬੂਤ ਪੰਜਾਬ 'ਚ ਹੋਵੇ ਉਹਨਾਂ ਦੀ। ਪੰਜਾਬ ਦੇ ਵਿੱਚ ਸਭ ਤੋਂ ਮਜ਼ਬੂਤ ਸਰਕਾਰ ਹੈ, ਇੱਕੋ ਹੀ ਸਰਕਾਰ ਰਹਿ ਗਈ ਹੈ। ਜੇ ਇਸ Yes. ਸਟੇਟ ਦੇ ਵਿੱਚ ਵੀ ਨੈਸ਼ਨਲ ਲੀਡਰਸ਼ਿਪ ਦਾ, ਕਾਂਗਰਸ ਦੀ ਦਾ ਇਹ ਹਾਲ ਹੈ, ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਲਓ ਕਿ 2024 ਤੱਕ ਇਹ ਕੁਝ ਕਰ ਸਕਣਗੇ ਵੀ ਜਾਂ ਨਹੀਂ ਕਰ ਸਕਣਗੇ। ਜਿਹੜੀ ਇਲੈਕਸ਼ਨ ਕਾਂਗਰਸ ਦੁਬਾਰਾ ਜਿੱਤ ਸਕਦੀ ਹੈ, ਉਸ ਸਟੇਟ ਦੇ ਵਿੱਚ ਵੀ ਇੰਨੀ ਬੇਰੁਖੀ ਪਾਰਟੀ ਦੀ ਹੋਣੀ, ਤੇ ਇਹ ਤਾਂ ਹੀ ਹੁੰਦੀ ਹੈ ਕਿ ਜਦੋਂ ਪਾਰਟੀ ਕੋਮਾ ਦੇ ਵਿੱਚ ਹੋਵੇ। ਹੁਣ ਪਾਰਟੀ ਕੋਮਾ 'ਚ ਤੋਂ ਬਾਹਰ ਲਿਆਉਣ ਵਾਸਤੇ ਕੌਣ ਕੀ ਕਰੇਗਾ ਇਹ ਸਮਝ ਨਹੀਂ ਆਉਂਦੀ। ਲੇਕਿਨ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਜਿਹੜੀ ਪਾਰਟੀ 1 ਸਾਲ ਤੋਂ ਆਪਣੇ ਇੱਕ ਸੂਬੇ ਦੀ, ਜਿਹੜਾ ਸਭ ਤੋਂ ਤਗੜੀ ਸਟੇਟ ਹੈ ਇਹਨਾਂ ਦੀ, ਉੱਥੇ ਵੀ ਪਾਰਟੀ ਨੂੰ ਰੀਆਰਗੇਨਾਈਜ਼ ਨਹੀਂ ਕਰ ਸਕੀ, ਉਹਦਾ ਹਾਲ 2024 ਤੱਕ ਕੀ ਹੋਏਗਾ। ਜੀ ਸਰ ਜਗਤਾਰ ਸਿੰਘ ਜੀ, ਤੁਸੀਂ ਵੱਧ ਤਜਰਬਾ ਰੱਖਦੇ ਹੋ। ਪਿਛਲੇ 20-25-30 ਸਾਲ ਦੀ ਜੋ ਦੇਸ਼ ਦੀ ਸਿਆਸਤ ਹੈ, ਉਸ ਦੇ ਵਿੱਚ ਖਾਸ ਕਰ ਰਾਜੀਵ ਗਾਂਧੀ ਦੇ ਸਮੇਂ ਤੋਂ ਬਾਅਦ, ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਬੜੀ ਮਜ਼ਬੂਤ ਸਰਕਾਰ ਬਣਾਉਂਦੇ ਨੇ, ਪਰ ਉਸ ਤੋਂ ਬਾਅਦ ਪੋਲੀਟੀਕਲ ਅਨਸਰਟੈਂਟੀ ਬਣ ਜਾਂਦੀ ਹੈ। ਫਿਰ ਰਾਜੀਵ ਗਾਂਧੀ ਦੀ ਹੱਤਿਆ ਹੁੰਦੀ ਹੈ ਤਾਂ ਫਿਰ ਮੁੜ ਕੇ ਕਾਂਗਰਸ ਨੂੰ ਥੋੜ੍ਹੀ ਜਿਹੀ ਹਮਦਰਦੀ ਮਿਲਦੀ ਹੈ, ਨਰਸਿਮਹਾ ਰਾਓ ਦੀ ਸਰਕਾਰ ਮਿਲਦੀ ਹੈ ਜੋ ਕਿ ਪੂਰਾ ਕਾਰਜਕਾਲ ਕੱਢਦੀ ਹੈ। ਉਸ ਤੋਂ ਬਾਅਦ ਇੱਕ ਵਾਰ ਫਿਰ ਪੋਲੀਟੀਕਲ ਅਨਸਰਟੈਂਟੀ ਜਿਹੜੀ ਹੈਗੀ ਆ ਦੇਸ਼ ਦੇ ਵਿੱਚ ਵੱਧ ਜਾਂਦੀ ਹੈ, ਸਿਆਸੀ ਅਨਿਸ਼ਚਿਤਤਾ ਜਿਹਨੂੰ ਆਪਾਂ ਕਹਾਂਗੇ। ਤਾਂ ਅਕਸਰ ਜਦੋਂ ਵੀ ਨੌਨ ਬੀਜੇਪੀ ਜਾਂ ਨੌਨ ਐਨਡੀਏ ਸਰਕਾਰਾਂ ਬਣੀਆਂ ਨੇ, ਕਾਂਗਰਸ ਨੇ ਵੱਡਾ ਰੋਲ ਅਦਾ ਕੀਤਾ। ਕਾਂਗਰਸ ਕਦੇ 150 ਸੀਟਾਂ, ਕਦੇ 200 ਸੀਟਾਂ ਇੱਦਾਂ ਲੈ ਕੇ ਜਾਂਦੀ ਰਹੀ ਹੈ, ਪਰ ਕਾਂਗਰਸ ਬਾਹਰ ਤੋਂ ਸਪੋਰਟ ਕਰਦੀ ਸੀ। ਪ੍ਰਧਾਨ ਮੰਤਰੀ ਜਿਹੜਾ ਕਦੇ ਚੰਦਰ ਸ਼ੇਖਰ ਬਣ ਗਏ ਜਾਂ ਕੋਈ ਹੋਰ ਬਣ ਗਿਆ, HD ਦੇਵੇ ਗੌੜਾ ਜਾਂ ਕਿੰਨੇ ਹੀ ਨਾਮ ਇਸ ਤਰ੍ਹਾਂ ਦੇ ਆਉਂਦੇ ਨੇ, ਪਰ ਉਹ ਸਰਕਾਰਾਂ ਕਾਮਯਾਬ ਨਹੀਂ ਰਹੀਆਂ, ਜਿਨ੍ਹਾਂ ਦਾ ਇੱਕ ਵੱਡਾ ਕਾਰਨ ਹੁੰਦਾ ਸੀ ਕਾਂਗਰਸ ਦਾ ਜਿਹੜਾ ਇਹ ਇੱਕ ਦਾ ਪੇਚ ਹੁੰਦਾ ਸੀ ਕਿ ਬਾਹਰੋਂ ਸਪੋਰਟ ਕਰਨੀ ਹੈ। ਤੇ ਜਦੋਂ ਕਾਂਗਰਸ ਸਰਕਾਰ ਬਣਾਉਣ ਦੀ ਕਪੈਸਿਟੀ 'ਚ ਆ ਜਾਂਦੀ ਸੀ, ਮਹਿਸੂਸ ਕਰਦੀ ਸੀ, ਤਾਂ ਉਦੋਂ ਉਹ ਹੱਥ ਖਿੱਚ ਲੈਂਦੀ ਸੀ ਤੇ ਦੁਬਾਰਾ ਚੋਣਾਂ ਹੁੰਦੀਆਂ ਸੀ, ਤੇ ਜਾਂ ਤਾਂ ਫਿਰ ਕਾਂਗਰਸ ਦੀ ਬਣ ਜਾਂਦੀ ਸੀ ਜਾਂ ਫਿਰ ਵਾਜਪਾਈ ਸਾਹਿਬ ਇੱਕ ਵਾਰੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਏ ਸੀ, ਤੇ ਮੁੜ ਕੇ ਫਿਰ ਕਾਂਗਰਸ ਜਿਹੜੀ ਹੈਗੀ ਹੈ ਲਗਾਤਾਰ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਸਰਕਾਰਾਂ ਦਿੰਦੀ ਹੈ। ਪਰ ਹੁਣ ਕਾਂਗਰਸ, ਜਿਵੇਂ ਆਪਾਂ ਵਿਚਾਰ ਕਰ ਹੀ ਲਿਆ ਹੈ, ਦਿਖ ਵੀ ਰਿਹਾ ਸਭ ਨੂੰ ਕਿ ਕਾਂਗਰਸ ਹੁਣ ਉਸ ਕਪੈਸਿਟੀ 'ਚ ਨਹੀਂ ਹੈ, ਤੇ ਨਾ ਹੀ ਡਾਕਟਰ ਮਨਮੋਹਨ ਸਿੰਘ ਵਰਗਾ, ਜਾਂ ਫਿਰ ਪੋਸਟ ਗਾਂਧੀ ਪਰਿਵਾਰ ਤੋਂ ਬਾਅਦ ਦੀ ਗੱਲ ਕਰੀਏ ਕਿ ਆਪਾਂ ਨਰਸਿਮਹਾ ਰਾਓ ਵਰਗਾ ਜਿਹੜਾ ਸੀਜ਼ਨਡ ਪੋਲੀਟੀਸ਼ੀਅਨ ਕਾਂਗਰਸ ਕੋਲ ਹੋਰ ਦਿਸਦਾ ਹੈ, ਨਾ ਹੀ ਇਹ ਪਾਰਟੀ ਅੱਗੇ ਆਉਣ ਦੇਣਾ ਚਾਹੁੰਦੀ ਹੈ ਕਿਸੇ ਨੂੰ। ਤਾਂ ਕੀ ਲੱਗਦਾ ਹੈ ਕਿ ਜੇਕਰ ਦੁਬਾਰਾ ਫਿਰ ਸਿਚੁਏਸ਼ਨ ਐਸੀ ਬਣਦੀ ਹੈ ਕਿ ਨੌਨ ਐਨਡੀਏ ਜਾਂ ਨੌਨ ਬੀਜੇਪੀ ਪਾਰਟੀਆਂ ਨੇ, ਖੇਤਰੀ ਪਾਰਟੀਆਂ ਨੇ, ਮਮਤਾ ਬੈਨਰਜੀ ਦੀ ਪਾਰਟੀ ਹੋ ਗਈ, ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਸਾਡੀ, ਭਾਵੇਂ ਸੀਟਾਂ ਸਾਡੀਆਂ ਬਹੁਤ ਘੱਟ ਨੇ, ਜਾਂ ਹੋਰ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਵੀ ਇਸੇ ਕਪੈਸਿਟੀ 'ਚ ਬੈਠੀ ਹੈ, ਪਰ ਉਹਨਾਂ ਦਾ ਕੱਦ ਵੱਡਾ, ਸੀਟਾਂ ਵੱਡੀਆਂ ਨੇ, ਵੱਧ ਨੇ, ਤਾਂ ਇਹ ਕੀ ਖੇਤਰੀ ਪਾਰਟੀਆਂ ਹੁਣ ਕਿਸੇ ਹੋਰ ਮੈਥਮੈਟਿਕਸ 'ਚ ਚੱਲਣਗੀਆਂ, ਸਰਕਾਰਾਂ ਬਣਾਉਣਗੀਆਂ ਕਿ ਜਦੋਂ ਇੱਕ ਨੈਸ਼ਨਲ ਪਾਰਟੀ ਦੀ ਐਬਸੈਂਸ ਦੇ ਵਿੱਚ? ਇਹਦੇ ਸਮਾਜਵਾਦੀ ਪਾਰਟੀ ਤੇ ਬਸਪਾ ਨੂੰ ਵੀ ਮੈਂ ਗਿਣਦਾ, ਪਰ ਬਸਪਾ ਨੈਸ਼ਨਲ ਪਾਰਟੀ ਆ, ਪਰ ਬਸਪਾ ਦਾ ਸੀਟਾਂ ਦਾ ਜਿਹੜਾ ਇਹਨਾਂ ਦਾ ਕੋਈ ਚੰਗਾ ਰੁਝਾਨ ਨਹੀਂ ਰਿਹਾ ਹੈਗਾ। ਇਹਨਾਂ ਦੇ ਖਾਤੇ ਪਈਆਂ ਹੁਣ ਚੰਗੀਆਂ ਸੀਟਾਂ ਕਦੇ ਆਮ ਚੋਣਾਂ ਦੇ ਵਿੱਚ। ਇੱਕ ਫਰਕ ਨੀਲ ਜੀ ਹੋਰ ਹੈ ਬਹੁਤ ਵੱਡਾ ਜੀ। ਪਹਿਲਾਂ ਆਪੋਜੀਸ਼ਨ ਦੇ ਵਿੱਚ ਵੱਡੇ ਕੱਦ ਦੇ ਲੀਡਰ ਹੋਇਆ ਕਰਦੇ ਸੀਗੇ, ਮਸਲਨ ਕਾਬਲ ਹਰਕਿਸ਼ਨ ਸਿੰਘ ਸੁਰਜੀਤ, ਜਿਹੜੇ ਪ੍ਰੋ ਕੇ ਰੱਖਦੇ ਸੀ ਨੂੰ। ਮੈਂ ਉੱਥੇ ਹੀ ਆਉਣ ਲੱਗਿਆ ਸੀ। ਉਹਨਾਂ ਨੇ ਕਦੇ ਆਪ ਤਾਂ ਇਲੈਕਸ਼ਨ ਲੜੀ ਨਹੀਂ ਸੀਗੀ, ਬਹੁਤ ਪੁਰਾਣੀ, ਕਿਤੇ ਕਈ ਸਦੀਆਂ ਦਹਾਕੇ ਪਹਿਲਾਂ ਉਹਨਾਂ ਨੇ ਇਲੈਕਸ਼ਨ ਲੜੀ ਸੀ ਅਸੈਂਬਲੀ ਦੀ, ਉਸ ਤੋਂ ਬਾਅਦ ਤਾਂ ਕਦੇ ਲੜੇ ਨਹੀਂ ਸੀਗੇ। ਲੇਕਿਨ ਉਹਨਾਂ ਦਾ ਕੱਦ ਇੰਨਾ ਵੱਡਾ ਸੀ ਤੇ ਉਹਨਾਂ ਦਾ ਤਜਰਬਾ ਇਸ ਢੰਗ ਦਾ ਸੀ ਕਿ ਉਹ ਸਾਰਿਆਂ ਨੂੰ ਇਕੱਠੇ ਕਰ ਲੈਂਦੇ ਸੀਗੇ। ਚੰਦਰ ਸ਼ੇਖਰ ਆਪਣੇ ਆਪ ਬਹੁਤ ਵੱਡੇ ਕੱਦ ਦੇ ਲੀਡਰ ਸੀ। ਬਿਲਕੁਲ, ਦੇਵੇ ਗੌੜਾ ਵੀ ਈਵਨ
ਦੇਵੇ ਗੌੜਾ ਵੀ। ਇਸ ਕਰਕੇ ਉਹ ਸਿਚੁਏਸ਼ਨ ਹੋਰ ਸੀ। ਜੀ ਹੁਣ ਅਪੋਜੀਸ਼ਨ ਦੇ ਵਿੱਚ ਇਹ ਇਕੱਲੇ ਕਾਂਗਰਸ ਹੀ ਨਹੀਂ ਜਿਹੜੀ ਬੇਹੋਸ਼ੀ ਦੀ ਹਾਲਤ ਵਿੱਚ ਹੈ, ਇੱਕ ਖਲਾਅ ਪੈਦਾ ਹੋਇਆ ਲੀਡਰਸ਼ਿਪ ਦਾ। ਜੀ ਉਹ ਲੀਡਰ ਉਸ ਲੈਵਲ ਦਾ ਅੱਜ ਦੀ ਡੇਟ ਦੇ ਵਿੱਚ ਮਿਸਿੰਗ ਹੈ, ਤੇ ਇਸ ਕਰਕੇ ਜਿਹੜਾ ਉਹ ਸਪੇਸ ਹੈ ਉਹ ਮਮਤਾ ਬੈਨਰਜੀ ਵਾਸਤੇ ਖਾਲੀ ਪਈ ਆ। ਉਹ ਇਹ ਸਪੇਸ ਲੈ ਸਕਦੇ ਆ ਇੱਕ ਲੀਡਰ ਦੇ ਤੌਰ ਤੇ। ਦੇਖੋ, ਜੀ ਜ਼ਰੂਰੀ ਨਹੀਂ ਕਿ ਨਾਲ ਸੀਟਾਂ ਵੀ ਹੋਣ, ਇੱਕ ਲੀਡਰ ਦੀ ਲੋੜ ਹੈ ਜਿਹੜਾ ਸਾਰੀ ਅਪੋਜੀਸ਼ਨ ਨੂੰ ਇਕੱਠਾ ਕਰ ਸਕਦਾ ਹੋਵੇ। ਜੀ ਸੋ ਮੇਰੇ ਖਿਆਲ ਦੇ ਵਿੱਚ ਜੇ ਮਮਤਾ ਜੀ ਉਸ ਰੋਲ ਦੇ ਵਿੱਚ ਆ ਜਾਣ ਤੇ ਪੋਸੀਬਲੀ ਜਿਹੜੀ ਹਿੰਦੁਸਤਾਨ ਦੀ ਸਿਆਸਤ ਹੈ ਉਹਨੂੰ ਇੱਕ ਨਵੀਂ ਡਾਇਰੈਕਸ਼ਨ ਮਿਲ ਸਕਦੀ ਹੈ। ਸੀਟਾਂ ਲੈਣ ਦੀ ਕੈਪੈਸਿਟੀ ਕਿਹਦੀ ਹੈ? ਮਤਲਬ ਜਿਵੇਂ ਅਕਾਲੀ ਦਲ ਹੈ, ਸੀਟਾਂ ਪੰਜਾਬ ਦੀਆਂ ਸਿਰਫ 13 ਹੈ, ਅਕਾਲੀ ਦਲ ਦੀਆਂ 11-12 ਵੱਧ ਤੋਂ ਵੱਧ ਹੁੰਦੀਆਂ ਸੀਗੀਆਂ। ਗੱਲ ਸੀਟਾਂ ਦੀ ਨਹੀਂ ਹੈ। ਬਾਦਲ ਸਾਹਿਬ ਦਾ ਵੀ ਕਿਸੇ ਵੇਲੇ ਜਿਹੜਾ ਸਟ੍ਰਕਚਰ ਸੀ ਨੈਸ਼ਨਲ ਲੈਵਲ ਤੇ ਵੱਡਾ ਸੀ, ਬਿਲਕੁਲ ਉਹ ਘਟਿਆ ਹੌਲੀ ਹੌਲੀ। ਉਹਦੇ ਕਾਰਨ ਹੋ ਰਹੇ ਕੀ ਆ, ਇੱਕ ਸਟੇਜ ਤੇ ਸੀ, ਇਹਨਾਂ ਨੇ ਇੱਕ ਸਟੇਜ ਤੇ ਰੀਜਨਲ ਪਾਰਟੀ ਨੂੰ ਇਕੱਠੇ ਕਰਦਿਆਂ ਲਈ ਮੁਹਿੰਮ ਸ਼ੁਰੂ ਕੀਤੀ ਸੀ। ਜਦੋਂ ਇਹ ਦੂਜੀ ਵਾਰ ਮੁੱਖ ਮੰਤਰੀ ਬਣੇ ਸੀ 79-80 ਦੀ ਗੱਲ ਹੈ, ਲੇਕਿਨ ਪਤਾ ਨਹੀਂ ਕੀ ਕਾਰਨ ਹੋਇਆ, ਇਹ ਮੀਟਿੰਗ ਕਰਨ ਤੋਂ ਹੀ ਮੁੜ ਕੇ ਵਿਡਰਾ ਕਰ ਗਏ ਸੀਗੇ। ਉਦੋਂ ਜੋਤੀ ਬਾਸੂ ਵੈਸਟ ਬੰਗਾਲ ਦੇ ਚੀਫ ਮਿਨਿਸਟਰ ਸੀ, ਉਹ ਵੀ ਨਾਲ ਲੱਗੇ ਸੀਗੇ। ਜੀ ਜੀ ਸੋ ਉਸ ਕੱਦ ਦੇ ਲੀਡਰ ਅੱਗੇ ਹੋਇਆ ਕਰਦੇ ਸੀ। ਹੁਣ ਲੋੜ ਹੈ ਘੱਟੋ ਘੱਟ 2 ਲੀਡਰ ਜੇ ਉਸ ਕੱਦ ਦੇ ਹੋਣ ਜਿਹੜੇ ਸਾਰਿਆਂ ਨੂੰ ਇਕੱਠੇ ਕਰ ਸਕਣ ਤੇ ਐਂਟੀ ਮੋਦੀ ਜਾਂ ਐਂਟੀ ਹਿੰਦੂਤਵਾ ਜਿਹੜੀਆਂ ਫੋਰਸਿਸ ਹੈ ਉਹਨਾਂ ਨੂੰ ਮੋਬਿਲਾਈਜ਼ ਕਰਨ, ਤੇ ਮੋਬਿਲਾਈਜ਼ ਕੀਤਾ ਜਾ ਸਕਦਾ ਹੈ ਕਿਉਂਕਿ ਜਿਹੜਾ ਪੱਕਾ ਵੋਟ ਬੇਸ ਹੈ ਬੀਜੇਪੀ ਦਾ 30-35% ਤੋਂ ਵੱਧ ਨਹੀਂ ਹੈ। ਜੀ ਤੇ ਤੁਸੀਂ ਜੇ ਨਾਨ ਹਿੰਦੂਤਵ ਵੋਟ ਨੂੰ ਮੋਬਿਲਾਈਜ਼ ਕਰੋ ਤੇ ਇਹਨਾਂ ਨੂੰ ਹਰਾਇਆ ਜਾ ਸਕਦਾ ਹੈ। ਬੰਗਾਲ ਨੇ ਸਿਖਾਤਾ ਕਿ ਇਲੈਕਸ਼ਨ ਕਿਵੇਂ ਜਿੱਤੀ ਜਾ ਸਕਦੀ ਹੈ। ਜਿੰਨਾ ਜ਼ੋਰ ਬੀਜੇਪੀ ਨੇ ਹਰ ਲੈਵਲ ਤੇ ਬੰਗਾਲ ਦੇ ਵਿੱਚ ਲਾਇਆ ਔਰ ਜਿਸ ਲੈਵਲ ਤੇ ਜਾ ਕੇ ਮੋਦੀ ਜੀ ਨੇ ਇਲੈਕਸ਼ਨ ਲੜੀ, ਇਹ ਮੇਰੇ ਖਿਆਲ 'ਚ 2024 ਦੀ ਇਲੈਕਸ਼ਨ ਇਸ ਲੈਵਲ ਤੇ ਨਹੀਂ ਲੜੀ ਜਾਣੀ। ਸੋ ਜੇ ਇੱਥੇ ਬੀਜੇਪੀ ਦਾ ਇਹ ਹਾਲ ਹੋਇਆ ਹੈ ਤੇ ਮੇਰੇ ਖਿਆਲ 2024 ਦੇ ਵਿੱਚ ਇਹਨਾਂ ਨੂੰ ਬੜਾ ਸਟਰੋਂਗ ਚੈਲੰਜ ਦਿੱਤਾ ਜਾ ਸਕਦਾ ਹੈ, ਪ੍ਰੋਵਾਈਡਡ ਕਿ ਸਾਹਮਣੇ ਇੱਕ ਲੀਡਰ ਹੋਵੇ ਜਿਹੜਾ ਬਾਕੀ ਸਾਰਿਆਂ ਨੂੰ ਮੋਬਿਲਾਈਜ਼ ਕਰ ਸਕਦਾ ਹੋਵੇ। ਤੇ ਮੇਰੇ ਖਿਆਲ ਦੇ ਵਿੱਚ ਮੈਂ ਵਾਰ-ਵਾਰ ਕਹਿ ਰਿਹਾ ਕਿ ਮਮਤਾ ਜੀ ਉਸ ਰੋਲ ਵਿੱਚ ਆ ਸਕਦੇ। ਜੀ ਜੀ ਬਹੁਤ ਸ਼ੁਕਰੀਆ ਸਰ ਜਗਤਾਰ ਸਿੰਘ ਜੀ ਸਾਡੇ ਨਾਲ ਜੁੜਨ ਵਾਸਤੇ। ਅਸੀਂ ਗੱਲਬਾਤ ਕੀਤੀ ਹੈ ਕਿ ਪੱਛਮੀ ਬੰਗਾਲ ਦੀ ਇਹ ਚੋਣ ਨਤੀਜਿਆਂ ਤੋਂ ਬਾਅਦ ਤੀਜੀ ਵਾਰੀ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਜੋ ਦੇਸ਼ ਦਾ ਪੋਲੀਟੀਕਲ ਸਿਨੈਰੀਓ, ਜੋ ਸਿਆਸੀ ਦ੍ਰਿਸ਼ ਕਹਿ ਲਓ, ਉਹ ਬਦਲਿਆ ਹੈ, ਜਿਸ 'ਚ ਨਵੀਂ ਆਸਾਂ ਤੇ ਨਵੀਆਂ ਉਮੀਦਾਂ ਰਾਜਨੀਤਿਕ ਤੌਰ ਦੇ ਉੱਤੇ ਜਾਗੀਆਂ ਨੇ। ਉਹਨਾਂ ਨੂੰ ਬੂਰ ਵੀ ਲਗਭਗ 2-3 ਸਾਲਾਂ ਦੇ ਵਿੱਚ ਪੈਣਾ ਤੈਅ ਹੈ। ਤਾਂ ਉਸ 'ਤੇ ਆਪਾਂ ਵਿਚਾਰ ਚਰਚਾ ਕੀਤੀ ਹੈ। ਜ਼ਰੂਰ ਤੁਹਾਨੂੰ ਇਹਦੇ 'ਚੋਂ ਆਪਣੇ ਮਤਲਬ ਦੀ ਗੱਲ ਦੀ ਜ਼ਰੂਰ ਕੋਈ ਨਾ ਕੋਈ ਥਾਹ ਪਈ ਹੋਏਗੀ। ਤੁਹਾਡਾ ਹੁੰਗਾਰਾ ਅਸੀਂ ਹਮੇਸ਼ਾ ਉਡੀਕਦੇ ਰਹਿੰਦੇ ਹਾਂ, ਸਾਡੇ ਲਈ ਆਕਸੀਜਨ ਦਾ ਕੰਮ ਕਰਦਾ ਹੈ ਤੇ ਕਰੋਨਾ ਕਾਲ ਦੇ ਵਿੱਚ ਆਕਸੀਜਨ ਦੀ ਅਹਿਮੀਅਤ ਤੁਸੀਂ ਸਮਝਦੇ ਹੋ ਕਿੰਨੀ ਜ਼ਿਆਦਾ ਹੈ। ਸੋ ਇਹ ਆਕਸੀਜਨ ਆਪਣੇ ਹੁੰਗਾਰੇ ਦੇ ਰੂਪ 'ਚ ਸਾਨੂੰ ਲਗਾਤਾਰ ਦਿੰਦੇ ਰਹੋ ਤੇ ਅਸੀਂ ਇਸ ਤਰ੍ਹਾਂ ਦੀ ਹੀ ਸੰਜੀਦਾ ਵਿਚਾਰ ਚਰਚਾ ਲੈ ਕੇ ਮੁੜ ਫਿਰ ਹਾਜ਼ਰ ਹੋਵਾਂਗੇ। ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।